स्टूडेंट्स जिवें तुसीं अपनी स्क्रीन पर देख रहे हो अपना जिहड़ा चैप्टर है वो हैगा द रूल ऑफ द रोड जिहड़ा कि एग्जैक्टली सामने लिखा होया है अल्फ्रेड जॉर्ज गार्डिनर जिहड़ा मेनली ਅਸੀਂ ਉਹਨਾਂ ਨੂੰ ਇਸ ਨਾਮ ਨਾਲ ਜਾਣਦੇ ਹਾਂ ਏਜੀ ਗਾਰਡੀਨਰ ਉਹਨਾਂ ਦਾ ਲਿਖਿਆ ਹੋਇਆ ਐਸੇ ਹੈ। ਅਸੀਂ ਇਹਦੇ 'ਚ ਕੀ ਦੇਖਾਂਗੇ ਦ ਰੂਲ ਆਫ ਦ ਰੋਡ ਵੀ ਸੜਕ ਦਾ ਕੀ ਨਿਯਮ ਹੈ ਜਾਂ ਸੜਕ ਤੋਂ ਇਲਾਵਾ ਵੀ ਜਿਹੜਾ ਅਸੀਂ ਆਪਣੇ ਇਰਦ ਗਿਰਦ ਚੀਜ਼ਾਂ ਨੂੰ ਤਰੀਕੇ ਨਾਲ ਡਿਸਿਪਲਿਨਡ ਵੇ ਨਾਲ ਹੁੰਦਾ ਦੇਖਦੇ ਹਾਂ ਉਹ ਕੀ ਵਜ੍ਹਾ ਹੈ ਕਿਉਂ ਉਹਨਾਂ ਚੀਜ਼ਾਂ ਨੂੰ ਡਿਸਿਪਲਿਨਡ ਮੈਨਰਡ ਜਾਂ ਕਿਸੇ ਨਿਯਮ ਨਾਲ ਚਲਾਇਆ ਜਾਂਦਾ ਹੈ ਐਸਾ ਕਿਉਂ ਹੈ। ਐਸੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹੈ ਇਸ ਚੈਪਟਰ 'ਚ ਜਿੱਥੇ ਅਸੀਂ ਐਗਜ਼ੈਕਟਲੀ ਮਹਿਸੂਸ ਕਰਾਂਗੇ ਕਿ ਹਾਂ ਹਰ ਚੀਜ਼ ਦੇ ਲਈ ਇੱਕ ਨਿਯਮ ਦੀ ਜ਼ਰੂਰਤ ਹੈ, ਇੱਕ ਤਰੀਕੇ ਦੀ ਜ਼ਰੂਰਤ ਹੈ। ਹਾਂਜੀ, ਆਪਾਂ ਚੈਪਟਰ ਤੋਂ ਇਲਾਵਾ ਅਗਰ ਗੱਲ ਕਰੀਏ ਫਸਟ ਐਗਜ਼ਾਮਪਲ ਤੁਸੀਂ ਲੈ ਲਓ, ਤੁਸੀਂ ਸਕੂਲ ਆ ਰਹੇ ਹੋ, ਸਕੂਲ ਆਉਣ ਤੋਂ ਪਹਿਲਾਂ ਤੁਹਾਨੇ ਯੂਨੀਫਾਰਮ ਨਹੀਂ ਪਾਈ, ਤੁਹਾਨੂੰ ਲੱਗ ਰਿਹਾ ਵੀ ਹਾਂ ਮੈਨੇ ਜਿਹੜਾ ਨਾਈਟ ਸੂਟ ਪਾਇਆ ਹੋਇਆ ਠੀਕ ਹੈ ਮੈਂ ਤਾਂ ਇਹੀ ਪਾ ਕੇ ਜਾਊਂਗੀ, ਤੁਸੀਂ ਨਾਈਟ ਸੂਟ ਪਾ ਕੇ ਸਕੂਲ ਆ ਰਹੇ ਹੋ। ਇਜ਼ ਇਟ ਪੋਸੀਬਲ ਔਰ ਇਜ਼ ਇਟ ਗੁੱਡ ਲੁਕਿੰਗ? ਕੀ ਤੁਹਾਡਾ ਨਾਈਟ ਸੂਟ ਇੱਕ ਤੁਹਾਡੇ ਸਕੂਲ ਜਾਣ ਨੂੰ ਰਿਪਰੈਜ਼ੈਂਟ ਕਰਦਾ ਕਿ ਤੁਸੀਂ ਸਕੂਲ ਜਾ ਰਹੇ ਹੋ, ਆਪਣੀ ਕਲਾਸ ਅਟੈਂਡ ਕਰਨ ਜਾ ਰਹੇ ਹੋ ਜਾਂ ਪ੍ਰੋਪਰਲੀ ਨਹਾ ਕੇ ਜਾ ਰਹੇ ਹੋ? ਕੀ ਇਸ ਚੀਜ਼ ਨੂੰ ਦੱਸਦਾ ਵੀ ਤੁਸੀਂ ਸਕੂਲ ਜਾ ਰਹੇ ਹੋ? ਜਾਂ ਤੁਸੀਂ ਕਲਾਸ 'ਚ ਤੁਸੀਂ ਇਕੱਲੇ ਜਾ ਕੇ ਬੈਠਦੇ ਹੋ ਜਿਹਨੇ ਨਾਈਟ ਸੂਟ ਪਾਇਆ ਹੋਇਆ ਬਾਕੀ ਸਾਰੇ ਯੂਨੀਫਾਰਮ 'ਚ ਆਏ ਹੈ ਤਾਂ ਕਿ ਇਹ ਅੱਛਾ ਲੱਗੂਗਾ? ਕੀ ਇਹ ਤਰੀਕਾ ਹੈ ਨਾਈਟ ਸੂਟ ਪਾ ਕੇ ਸਕੂਲ ਜਾਣਾ? ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈ ਜਿੱਥੇ ਡਿਸਿਪਲਿਨ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਤੁਹਾਨੇ ਅਗਰ ਯੂਨੀਫਾਰਮ ਨਹੀਂ ਪਾਈ ਔਰ ਮੈਨੇ ਤੁਹਾਨੂੰ ਇਸ ਚੀਜ਼ ਲਈ ਮਨਾ ਨਹੀਂ ਕੀਤਾ, ਮੈਨੇ ਤੁਹਾਨੂੰ ਇਸ ਚੀਜ਼ ਲਈ ਟੋਕਿਆ ਨਹੀਂ ਵੀ ਤੁਸੀਂ ਯੂਨੀਫਾਰਮ ਕਿਉਂ ਨਹੀਂ ਪਾ ਕੇ ਆਏ, ਦਿਸ ਇਜ਼ ਰੋਂਗ, ਕਲਾਸ ਤੁਸੀਂ ਇਸ ਤਰ੍ਹਾਂ ਅਟੈਂਡ ਨਹੀਂ ਕਰ ਸਕਦੇ ਜਾਂ ਕੁਛ ਵੀ, ਤਾਂ ਕੱਲ੍ਹ ਨੂੰ ਜਿਹੜੀ ਬਾਕੀ ਕਲਾਸ ਹੈ ਉਹ ਵੀ ਨਾਈਟ ਸੂਟ ਪਾ ਕੇ ਆਊਗੀ ਵੀ ਜਦ ਮੈਡਮ ਇਹਨੂੰ ਨਹੀਂ ਕੁਛ ਕਹਿੰਦੇ ਤਾਂ ਅਸੀਂ ਸੁਬਾਹ ਨੂੰ ਉੱਠ ਕੇ ਆਪਣੀ ਯੂਨੀਫਾਰਮ ਪ੍ਰੈਸ ਕਰਕੇ ਕਿਉਂ ਪਾ ਕੇ ਆਈਏ, ਅਸੀਂ ਵੀ ਆਪਣਾ ਨਾਈਟ ਸੂਟ ਪਾ ਕੇ ਆ ਸਕਦੇ ਹਾਂ। ਤਾਂ ਇਹਦੇ ਨਾਲ ਕੀ ਹੈ, ਸਾਰਾ ਇੱਕ ਕਲਾਸ ਪਾ ਕੇ ਆਊਗੀ ਤਾਂ ਸਾਰੀ ਕਲਾਸ ਪਾ ਕੇ ਆਊਗੀ। ਇਹਦੇ ਨਾਲ ਕੀ ਹੈ, ਇਹ ਇਨਡਿਸਿਪਲਿਨ ਸ਼ੋ ਕਰਦਾ ਹੈ, ਅਰਾਜਕਤਾ ਫੈਲਦੀ ਹੈ ਇਹਦੇ ਨਾਲ। ਤਾਂ ਅਸੀਂ ਵੀ ਕਰ ਸਕਦੇ ਹਾਂ, ਜੇ ਉਹ ਕਰ ਸਕਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ, ਜਦ ਮੈਡਮ ਨੇ ਉਹਨੂੰ ਨਹੀਂ ਕਿਹਾ ਤਾਂ ਮੈਂ ਵੀ ਕਰ ਸਕਦੀ ਹਾਂ। ਇਸ ਤਰ੍ਹਾਂ ਇਹ ਥੀ ਜਨਰਲ ਲਾਈਫ ਤੁਹਾਡੀ ਕਲਾਸ ਨਾਲ ਰਿਲੇਟਡ ਐਗਜ਼ਾਮਪਲ। ਹੁਣ ਆ ਗਈ ਆਪਣੀ ਚੈਪਟਰ ਨੂੰ ਲੈ ਕੇ ਗੱਲ ਕਰਦੇ ਹਾਂ। ਮੇਨਲੀ ਇਹਦੇ 'ਚ ਇਸ਼ੂ ਡਿਸਕਸ ਹੁੰਦਾ ਹੈ ਲਿਬਰਟੀ। ਜਦ ਸਾਨੂੰ ਕਿਸੇ ਚੀਜ਼ ਦੀ ਆਜ਼ਾਦੀ ਮਿਲਦੀ ਹੈ ਤਾਂ ਅਸੀਂ ਉਸ ਆਜ਼ਾਦੀ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹਾਂ, ਔਰ ਜਿਹੜਾ ਡਿਸਿਪਲਿਨ ਹੈ ਉਹ ਉਸੇ ਆਜ਼ਾਦੀ ਨੂੰ, ਉਹਦੇ ਪਰ ਇੱਕ ਰੋਕ ਹੈ, ਇੱਕ ਲਿਮਿਟਿਡ ਜਿਹੀ ਰੋਕ ਹੈ, ਉਹ ਕਿਸ ਤਰ੍ਹਾਂ ਅਸੀਂ ਉਹ ਇਹਨੂੰ ਚੈਪਟਰ ਦੇ ਥਰੂ ਸਮਝਾਂਗੇ। ਹਾਂਜੀ, ਫਸਟ ਪਿਕਚਰ ਤੁਸੀਂ ਦੇਖ ਰਹੇ ਹੋ ਇੱਕ ਲੇਡੀ ਦੀ ਹੈ, ਇੱਕ ਏਜਡ ਓਲਡ ਲੇਡੀ ਹੈ। ਉਹ ਕੀ ਕਰਦੀ ਹੈ, ਉਹ ਜਿਹੜੀ ਪੈਟਰੋਗਰਾਡ ਸ਼ਹਿਰ ਦੀ ਜਿਹੜੀ ਸੜਕ ਹੈ ਉਹਦੇ ਉੱਪਰ ਚੱਲੀ ਜਾ ਰਹੀ ਹੈ। ਬੁੱਢੀ ਔਰਤ ਹੈ ਔਰ ਉਹਦੇ ਹੱਥ 'ਚ ਇੱਕ ਟੋਕਰੀ ਹੈ, ਉਹ ਬਿਲਕੁਲ ਸੜਕ ਦੇ ਗੱਬੇ ਤੁਰੀ ਜਾ ਰਹੀ ਹੈ। ਤਾਂ ਸੜਕ ਪਰ ਤੁਰਦੇ ਹੋਏ ਅਜੀਬ ਆਵਾਜਾਈ ਦੀ ਗੜਬੜੀ ਪੈਦਾ ਹੋ ਜਾਂਦੀ ਹੈ ਕਿਉਂਕਿ ਉਹ ਔਰਤ ਪੈਦਲ ਚੱਲਦੇ ਹੋਏ ਸੜਕ ਦੇ ਬਿਲਕੁਲ ਵਿੱਚੋਂ ਵਿੱਚ ਚੱਲ ਰਹੀ ਹੈ। ਇਜ਼ ਇਟ ਰਾਈਟ? ਕੀ ਇਹ ਠੀਕ ਹੈ ਵੀ ਉਹ ਸੜਕ ਦੇ ਵਿੱਚੋਂ ਵਿੱਚ ਚੱਲੇ ਐਂਡ ਇਟ ਇਜ਼ ਓਕੇ? ਨਹੀਂ। ਔਰ ਜਿਹੜੀ ਇੱਕ ਔਰਤ ਜਦ ਸੜਕ ਦੇ ਗੱਬੇ ਚੱਲ ਸਕਦੀ ਹੈ ਤਾਂ ਜਿਹੜੀ ਗੱਡੀ ਹੈ ਉਹ ਜਿਹੜੀ ਪੈਡਸਟਲ ਏਰੀਆ ਹੁੰਦਾ ਜਿੱਥੇ ਪੈਦਲ ਲੋਕ ਚੱਲਦੇ ਹੈ ਤਾਂ ਗੱਡੀ ਕੀ ਉਸ ਸਾਈਡ 'ਤੇ ਚੱਲੂਗੀ? ਇਹਦੇ ਨਾਲ ਕੀ ਹੈ, ਟੋਟਲ ਇਨਡਿਸਿਪਲਿਨ ਸੜਕ ਪਰ ਕ੍ਰੀਏਟ ਹੋ ਜਾਊਗਾ। ਗੱਡੀਆਂ ਕੀ ਹੈ ਪੈਦਲ ਚੱਲਣ ਵਾਲਿਆਂ ਦੇ ਵਿੱਚ ਲੱਗਣਗੀਆਂ ਔਰ ਕੀ ਹੈ ਐਕਸੀਡੈਂਟ ਹੋਣਗੇ। ਅਗਰ ਇਹ ਰੂਲ ਨਹੀਂ ਹੋਊਗਾ ਕਿ ਪੈਦਲ ਚੱਲਣ ਵਾਲੇ ਰੋਡ 'ਤੇ ਚੱਲਣਗੇ, ਜਿਹੜੀ ਪੈਡਸਟਲ ਰੋਡ ਹੈ ਉਹਦੇ ਪਰ ਚੱਲਣਗੇ, ਔਰ ਜਿਹੜੇ ਵਹੀਕਲਸ ਹੈ, ਜਿਹੜੇ ਵੀ ਵਾਹਨ ਹੈ ਉਹ ਕੀ ਹੈ ਸੜਕ ਦੇ ਗੱਬੇ ਚੱਲਣਗੇ। ਜਾਂ ਜਿਹੜੇ ਜਾ ਰਹੇ ਹੈ ਰਾਈਟ ਸਾਈਡ ਹੁੰਦਾ, ਆਪਾਂ ਆਪਣੀ ਰਾਈਟ ਸਾਈਡ ਚੱਲਦੇ ਹਾਂ ਨਾ, ਜਾਣ ਲੱਗੇ ਰਾਈਟ ਸਾਈਡ ਚੱਲਾਂਗੇ, ਸੌਰੀ ਲੈਫਟ ਸਾਈਡ ਹੁੰਦਾ। ਜਦ ਆਪਾਂ ਜਾ ਰਹੇ ਹੁੰਦੇ ਹਾਂ ਤਾਂ ਆਪਾਂ ਆਪਣੀ ਲੈਫਟ ਸਾਈਡ ਚੱਲਦੇ ਹਾਂ, ਉਹੀ ਜਦੋਂ ਅਸੀਂ ਆ ਰਹੇ ਹੁੰਦੇ ਹਾਂ ਤਾਂ ਉਹ ਵੀ ਸਾਡੀ ਲੈਫਟ ਸਾਈਡ ਹੁੰਦੀ ਹੈ। ਤਾਂ ਕੀ ਇਹ ਇੱਕ ਸਿਸਟਮ ਲੈ ਕੇ ਚੱਲਦੇ ਹੈ।
ਆਏ ਨਹੀਂ ਕਿ ਤੁਸੀਂ ਕਿਸੇ ਵੀ ਸਾਈਡ ਤੋਂ ਆਓ ਤਾਂ ਇੱਕ ਦੂਸਰੇ 'ਚ ਲੱਗੋਗੇ। ਇਸ ਤਰ੍ਹਾਂ ਇਹਨੂੰ ਐਗਜ਼ਾਮਪਲ ਨਾਲ ਸਮਝਾਇਆ ਗਿਆ। ਕਹਿੰਦੇ ਇਹ ਤਾਂ ਸਿਰਫ ਔਰਤ ਦੀ ਇੱਕ ਐਗਜ਼ਾਮਪਲ ਹੈ, ਸਾਰੇ ਲੋਕ ਅੱਜ ਦੁਨੀਆ ਦੇ ਹੀ ਸਮਝਦੇ ਆ ਕਿ ਸਾਨੂੰ ਜਿਹੜੀ ਫਰੀडम ਮਿਲ ਗਈ। ਫਰੀडम ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਵੀ ਨਿਯਮ ਨੂੰ ख़त्म ਕਰਕੇ ਇਹ ਕਹੋ ਕਿ ਇਹ ਜਿਹੜੀ ਆਜ਼ਾਦੀ ਹੈ ਸਾਨੂੰ ਮਿਲ ਗਈ ਔਰ ਅਸੀਂ ਕੁਝ ਵੀ ਕਰ ਸਕਦੇ ਹਾਂ। ਐਵੇਂ ਨਹੀਂ ਹੁੰਦਾ। ਇਹ ਜਿਹੜਾ ਸੰਸਾਰ ਹੈ ਉਹ ਇਸ ਤਰ੍ਹਾਂ ਨਹੀਂ ਚੱਲਦਾ। ਸੰਸਾਰ ਇੱਕ ਸਿਸਟਮ ਨਾਲ ਚੱਲਦਾ ਹੈ ਜਿਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਰੈਗੂਲੇਟ ਕੀਤਾ ਜਾਂਦਾ ਹੈ। ਇੱਕ ਸਾਹਮਣੇ ਤੁਸੀਂ ਪੁਲਿਸ ਵਾਲੇ ਨੂੰ ਦੇਖਦੇ ਹੋ ਸੜਕ ਪਰ ਜਾਂਦੇ ਹੋਏ, ਉਹ ਤੁਹਾਨੂੰ ਹੱਥ ਦਾ ਇਸ਼ਾਰਾ ਦੇ ਕੇ ਰੋਕਦਾ ਹੈ। ਰੋਕਣ ਦਾ ਕੀ ਮਤਲਬ ਹੁੰਦਾ ਹੈ ਕਿ ਤੁਹਾਡੇ ਸਾਈਡ ਵਾਲੀ ਟ੍ਰੈਫਿਕ ਰੁਕ ਗਈ ਔਰ ਜਿਹੜੀ ਆਮਨੇ ਸਾਹਮਣੇ ਕ੍ਰਾਸ ਕਰ ਰਹੀ ਹੈ ਉਹ ਲੋਕ ਕ੍ਰਾਸ ਕਰ ਸਕਦੇ ਹੈ। ਇਹ ਤੁਹਾਡੇ ਪਰ ਡਿਪੈਂਡ ਕਰਦਾ ਹੈ ਤੁਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਸਮਝਦੇ ਹੋ, ਉਹਨੂੰ ਨੈਗੇਟਿਵ ਲੈਂਦੇ ਹੋ ਜਾਂ ਮੈਨੂੰ ਰੋਕਤਾ ਜਾਂ ਮੇਰੀ ਆਜ਼ਾਦੀ ਪਰ ਪ੍ਰਤੀਬੰਧ ਹੈ, ਇਹ ਟ੍ਰੈਫਿਕ ਪੁਲਿਸ ਵਾਲਾ ਮੈਨੂੰ ਹੀ ਕਿਉਂ ਰੋਕ ਰਿਹਾ ਹੈ, ਸਾਡੀ ਸਾਈਡ ਕਿਉਂ ਰੋਕ ਰਿਹਾ ਹੈ, ਇਹ ਦੂਸਰੀ ਸਾਈਡ ਵਾਲਿਆਂ ਨੂੰ ਰੋਕ ਲੈਂਦਾ ਜਾਂ ਮੈਨੇ ਪਹਿਲਾਂ ਜਾਣਾ था। ਇਸ ਤਰ੍ਹਾਂ ਕੀ ਹੈ ਇਨਡਿਸਿਪਲਿਨ ਕਿਓਸ ਕ੍ਰੀਏਟ ਹੁੰਦਾ ਹੈ ਜਿਹਦੇ ਨਾਲ ਕੀ ਹੈ ਐਕਸੀਡੈਂਟ ਹੋ ਸਕਦੇ ਹੈ। ਅਗਰ ਸਾਨੂੰ ਫਰੀडम ਮਿਲੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੀ ਫਰੀडम ਦੂਸਰਿਆਂ ਨੂੰ ਮਿਲੀ ਫਰੀडम ਦੇ ਵਿੱਚ ਵਿਘਨ ਪਾਵੇ, ਬਾਧਾ ਪਾਵੇ। ਹੁਣ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਨੋਰਮਲੀ ਕੀ ਹੁੰਦਾ ਹੈ, ਆਪਾਂ ਆਸ-ਪਾਸ ਕੀ ਹੁੰਦਾ ਹੈ ਜੀ, ਬਹੁਤ ਉੱਚੀ ਗਾਣਿਆਂ ਦੀ ਆਵਾਜ਼ ਆ ਰਹੀ ਹੈ, ਕਿਸੇ ਦੇ ਘਰ ਗਾਣੇ ਚੱਲ ਰਹੇ ਹੈ। ਹੋ ਸਕਦਾ ਉਹਨਾਂ ਦੇ ਘਰ ਕੋਈ ਮੈਰਿਜ ਫੰਕਸ਼ਨ ਹੋਵੇ ਜਾਂ ਜੀ ਉਸ ਬੰਦੇ ਦਾ ਮੂਡ ਇਸ ਤਰ੍ਹਾਂ ਹੈ ਅੱਜ ਉਹਦਾ ਉੱਚੀ ਗਾਣੇ ਸੁਣਨ ਨੂੰ ਦਿਲ ਕਰ ਰਿਹਾ ਤਾਂ ਆਸ-ਪਾਸ ਦੇ ਜਿਹੜੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਇਸ ਚੀਜ਼ ਤੋਂ ਪਰੇਸ਼ਾਨੀ ਹੁੰਦੀ ਹੈ। ਅਗਰ ਕਿਸੇ ਬੰਦੇ ਦਾ ਗਾਣੇ ਸੁਣਨ ਨੂੰ ਦਿਲ ਕਰ ਰਿਹਾ ਤਾਂ ਆਪਣੀ ਖਿੜਕੀਆਂ ਦਰਵਾਜ਼ੇ ਬੰਦ ਕਰ ਸਕਦਾ ਹੈ ਜਾਂ ਆਵਾਜ਼ ਇੰਨੀ ਕੁ ਲਿਮਿਟਿਡ ਰੱਖ ਸਕਦਾ ਕਿ ਉਹਦੇ ਘਰ ਤੋਂ ਬਾਹਰ ਨਾ ਜਾਵੇ, ਤਾਂ ਕਿ ਕੀ ਹੈ ਉਹ ਦੂਸਰਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਉਸ ਟਾਈਮ ਹੋ ਸਕਦਾ ਵੀ ਉਹ ਸੋ ਵੀ ਰਹੇ ਹੋਣ, ਹੋ ਸਕਦਾ ਉਹਨਾਂ ਦੇ ਘਰ ਕਿਸੇ ਦੀ ਡੈਥ ਹੋਈ ਹੋਵੇ ਆਸ-ਪਾਸ ਦੇ, ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਵੀ ਮਾਹੌਲ ਹੋ ਸਕਦਾ ਹੈ, ਕਿਸੇ ਬੱਚੇ ਦਾ ਪੇਪਰ ਹੋ ਸਕਦਾ ਉਹ ਤਿਆਰੀ ਕਰ ਰਿਹਾ ਹੋ ਸਕਦਾ ਹੈ। ਤਾਂ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਜਿਹੜਾ ਦੂਸਰਾ ਇਨਸਾਨ ਹੈ ਉਹਦੀ ਵੀ ਫਰੀडम ਉਨੀ ਹੀ ਇੰਪੋਰਟੈਂਟ ਹੈ ਜਿੰਨੀ ਮੇਰੇ ਲਈ ਮੇਰੀ ਫਰੀडम ਇੰਪੋਰਟੈਂਟ ਹੈ ਕਿ ਮੈਂ ਗਾਣੇ ਸੁਣਾ। ਹਾਂਜੀ, ਨੈਕਸਟ ਜਿਹੜੀ ਐਗਜ਼ਾਮਪਲ ਹੈ ਕਿ ਹਾਂਜੀ ਇਹ ਸਹੀ ਹੈ ਕਿ ਸਾਨੂੰ ਫਰੀडम ਮਿਲੀ ਹੋਈ ਹੈ, ਅਸੀਂ ਜਿਹੜੇ ਚਾਹੇ ਆਪਣੇ ਬਾਲ ਕਲਰ ਕਰ ਸਕਦੇ ਹਾਂ, ਸਾਡੀ ਡਰੈਸਿੰਗ ਅਸੀਂ ਜਿਸ ਤਰ੍ਹਾਂ ਦੀ ਚਾਹੀਏ ਉਸ ਤਰ੍ਹਾਂ ਦੀ ਕਰ ਸਕਦੇ ਹਾਂ, ਇੱਕ ਲੌਂਗ ਹੈਟ ਲੈ ਸਕਦੇ ਹਾਂ। ਲੇਕਿਨ ਇਹ ਆਜ਼ਾਦੀ ਦੂਸਰੇ ਬੰਦਿਆਂ ਨੂੰ ਵੀ ਹੈ, ਉਹ ਸਾਨੂੰ ਦੇਖ ਕੇ ਹੱਸ ਵੀ ਸਕਦੇ ਆ, ਸਾਡਾ ਮਜ਼ਾਕ ਵੀ ਉਡਾ ਸਕਦੇ ਆ ਵੀ ਸਾਡੀ ਕਿਸੇ ਨੂੰ ਇਹ ਚੀਜ਼ ਅੱਛੀ ਨਹੀਂ ਵੀ ਲੱਗ ਸਕਦੀ ਲਿੱਤੀ ਹੋਈ। ਤਾਂ ਇਸ ਤਰ੍ਹਾਂ ਕੀ ਹੈ ਤੁਹਾਨੂੰ ਆਜ਼ਾਦੀ ਮਿਲੀ ਵੀ ਹੋਈ ਹੈ, ਪੂਰੀ ਤਰ੍ਹਾਂ ਤੁਸੀਂ ਉਹਨੂੰ ਇੰਜੋਏ ਵੀ ਕਰ ਸਕਦੇ ਹੋ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰ ਸਕਦੇ ਹੋ, ਇਹ ਤੁਹਾਨੂੰ ਫਰੀडम ਮਿਲੀ ਹੋਈ ਹੈ। ਲੇਕਿਨ ਇਹ ਫਰੀडम ਦੂਸਰੇ ਲੋਕਾਂ ਨੂੰ ਵੀ ਹੈਗੀ, ਉਹ ਕਰ ਸਕਦੇ ਹੈ, ਉਹ ਥੋੜ੍ਹਾ ਮਜ਼ਾਕ ਵੀ ਉਡਾ ਸਕਦੇ ਹੈ। ਇਸ ਤਰ੍ਹਾਂ ਮਤਲਬ ਬਹੁਤ ਡਿਫਰੈਂਟ ਟੌਪਿਕਸ ਹੈ ਜਿਨ੍ਹਾਂ ਨੂੰ ਅਸੀਂ ਇਸ ਚੈਪਟਰ 'ਚ ਕਵਰ ਕਰਦੇ ਹਾਂ। ਮੇਨਲੀ ਕੀ ਹੈ, ਅਗਰ ਸਾਨੂੰ ਆਜ਼ਾਦੀ ਮਿਲਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਾਨੇ ਜਿਹੜੀ ਦੂਸਰੇ ਦੀ ਆਜ਼ਾਦੀ ਹੈ ਉਹਦੇ 'ਚ ਵਿਘਨ ਪਾਉਣਾ ਹੈ, ਉਹਨੂੰ ਡਿਸਟਰਬ ਕਰਨਾ ਹੈ। ਇਸ ਚੀਜ਼ ਨੂੰ ਸਮਝਣਾ ਹੈ। ਇਸੇ ਤਰ੍ਹਾਂ ਅਗਰ ਇੱਕ ਬੁੱਕ ਰੀਡਿੰਗ ਕਰ ਰਹੇ ਹਾਂ, ਬੁੱਕ ਰੀਡਿੰਗ ਕਰਦੇ ਹੋਏ ਸਾਨੂੰ ਇੱਕ ਸ਼ਾਂਤ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ ਵੀ ਬਹੁਤ ਆਰਾਮ ਨਾਲ ਅਸੀਂ ਉਸ ਚੀਜ਼ ਨੂੰ ਜਿਹੜੀ ਉਸ ਸੈਂਸ 'ਚ ਲਿਖੀ ਹੋਈ ਹੈ, ਉਸ ਰਾਈਟਰ ਨੇ ਆਪਣੀ ਸਮਝ ਤੋਂ ਲਿਖੀ ਹੋਈ ਹੈ, ਅਸੀਂ ਉਹਦੇ ਐਗਜ਼ੈਕਟ ਐਕਸਟਰੈਕਟ ਨੂੰ ਸਮਝ ਸਕੀਏ, ਉਹਦੇ ਐਗਜ਼ੈਕਟ ਮਤਲਬ ਨੂੰ ਸਮਝ ਸਕੀਏ ਤਾਂ ਸਾਨੂੰ ਇੱਕ ਅੱਛਾ ਮਾਹੌਲ ਦੀ ਜ਼ਰੂਰਤ ਹੁੰਦੀ ਹੈ, ਸ਼ਾਂਤ ਵਾਤਾਵਰਨ ਦੀ। ਤਾਂ ਉਹਦੇ ਲਈ ਕੀ ਹੈ ਵੀ ਆਏ ਨਾ ਹੋਵੇ ਵੀ ਨਾਲ ਵਾਲਿਆਂ ਨੇ ਉੱਚੀ ਗਾਣੇ ਚਲਾਏ ਹੋਣ ਜਾਂ ਕੋਈ ਵੀ ਐਸਾ ਉਹ ਜਿਹੜਾ ਦੂਸਰੇ ਦੀ ਆਜ਼ਾਦੀ, ਜਿਹੜੀ ਮੇਰੀ ਆਜ਼ਾਦੀ ਹੈ ਕਿ ਇਸ ਟਾਈਮ ਮੈਂ ਬਹੁਤ ਸ਼ਾਂਤੀ ਨਾਲ ਬੁੱਕ ਪੜ੍ਹਨਾ ਚਾਹੁੰਦੀ ਹਾਂ ਔਰ ਕੀ ਹੈ ਗਲੀ 'ਚ ਬੱਚੇ ਬਹੁਤ ਜ਼ਿਆਦਾ ਸ਼ੋਰ ਕਰ ਰਹੇ ਹੈ ਜਿਹਦੇ ਨਾਲ ਕੀ ਹੈ ਮੈਨੂੰ ਮੇਰੀ ਜਿਹੜੀ ਆਜ਼ਾਦੀ ਹੈ ਇਸ ਟਾਈਮ ਬੁੱਕ ਪੜ੍ਹਨ ਦੀ ਉਹ ਡਿਸਟਰਬ ਹੋ ਰਹੀ ਹੈ। ਇਸੇ ਤਰ੍ਹਾਂ ਕੋਈ ਵੀ ਐਸਾ ਐਲੀਮੈਂਟ ਤੁਸੀਂ ਇਸਤੇਮਾਲ ਕਰਦੇ ਹੋ ਜਿਹੜਾ ਕਿ ਦੂਸਰੇ ਦੀ ਆਜ਼ਾਦੀ 'ਚ ਵਿਘਨ ਪਾਉਂਦਾ ਹੈ, ਕੋਈ ਵੀ ਇਸ ਤਰ੍ਹਾਂ ਦਾ ਤੁਸੀਂ ਇਲੈਕਟ੍ਰੋਨਿਕ ਯੂਜ਼ ਕਰਦੇ ਹੋ ਆਪਣੇ ਘਰ ਦੇ ਅੰਦਰ ਜਿਹਦੀ ਕੋਈ ਆਵਾਜ਼ ਜ਼ਿਆਦਾ ਹੈ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਕੀ ਹੈ ਦੂਸਰਿਆਂ ਨੂੰ ਪਰੇਸ਼ਾਨ ਕਰਦੀ ਹੈ। ਲੇਕਿਨ ਜਿਹੜੀ ਇਹ ਆਜ਼ਾਦੀ ਹੈ ਇਹ ਜਿਹੜੀ ਇਹਦੇ ਉੱਪਰ ਲਿਬਰਟੀ ਦੇ ਉੱਪਰ ਜਿਹੜੀ ਰੈਸਟਰੇਂਟ ਹੈ
ਉਹ ਵੀ ਜ਼ਰੂਰੀ ਹੈ। ਜਿਹੜੀ ਸਾਨੂੰ ਐਗਜ਼ੈਕਟ ਆਜ਼ਾਦੀ ਮਿਲੀ ਹੋਈ ਹੈ ਉਹਦੇ ਉੱਪਰ ਇੱਕ ਬੰਧਨ ਹੋਣਾ ਉਹ ਵੀ ਜ਼ਰੂਰੀ ਹੈ ਕਿ ਅਗਰ ਸਾਨੂੰ ਬੋਲਣ ਦਾ ਅਧਿਕਾਰ ਮਿਲਿਆ, ਸਾਨੂੰ ਬੋਲਣ ਦਾ ਅਧਿਕਾਰ ਹੈ, ਸਾਨੂੰ ਸਪੀਚ ਦੇਣ ਦਾ ਅਧਿਕਾਰ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਹਰ ਸੜਕ ਪਰ ਖੜੇ ਹੋ ਕੇ ਸਰੇਆਮ ਗਵਰਨਮੈਂਟ ਨੂੰ ਗਾਲਾਂ ਕੱਢੀਏ ਜਾਂ ਕਿਸੇ ਵਿਅਕਤੀ ਨੂੰ ਪਰਸਨਲ ਤੌਰ 'ਤੇ ਗਾਲਾਂ ਕੱਢੀਏ। ਇਹ ਅਸਮਾਜਿਕ ਕਿਰਿਆ ਹੈ, ਇਹਨੂੰ ਕੋਈ ਨਹੀਂ ਪਸੰਦ ਕਰੂਗਾ ਕਿ ਅਸੀਂ ਸੜਕ ਪਰ ਖੜੇ ਹੋ ਕੇ ਗਾਲਾਂ ਕੱਢ ਰਹੇ ਹਾਂ। ਤਾਂ ਇਸ ਚੀਜ਼ ਨੂੰ ਸੱਭਿਆ ਹੋਣਾ ਔਰ ਅਸੱਭਿਆ ਹੋਣਾ ਦੇ ਤੌਰ ਪਰ ਦੇਖਿਆ ਜਾਂਦਾ ਵੀ ਤੁਹਾਨੂੰ ਕਿੰਨੀ ਕਿਸੇ ਚੀਜ਼ ਦੀ ਸਮਝ, ਤਹਿਜ਼ੀਬ ਹੈ, ਤਰੀਕਾ ਹੈ, ਔਰ ਕਿੰਨੀ ਨਾਸਮਝੀ ਕਿਸੇ ਮੈਟਰ ਨੂੰ ਲੈ ਕੇ ਤੁਸੀਂ ਵਰਤਦੇ ਹੋ। ਇਸ ਤਰ੍ਹਾਂ ਆਈ ਹੋਪ ਤੁਹਾਨੂੰ ਇਹ ਚੈਪਟਰ ਰੂਲ ਆਫ ਦ ਰੋਡ ਕਲੀਅਰ ਹੋ ਗਿਆ ਹੋਊਗਾ। ਇੱਕ ਵਾਰ ਤੁਸੀਂ ਖੁਦ ਚੈਪਟਰ ਦੀ ਰੀਡਿੰਗ ਲਓਗੇ ਔਰ ਦੇਖੋਗੇ ਵੀ ਐਸਾ ਕੀ ਹੈ ਜਿਹੜਾ ਮੈਨੇ ਇਸ ਚੈਪਟਰ 'ਚ ਕਵਰ ਨਹੀਂ ਕੀਤਾ। ਸ਼ਾਇਦ ਤੁਹਾਨੂੰ ਕੁਝ ਪੜ੍ਹ ਕੇ ਆਪਣੇ ਤਰੀਕੇ ਨਾਲ ਕੁਝ ਹੋਰ ਸਮਝ ਆਵੇ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। ਥੈਂਕ ਯੂ।